आज्ञा पई अकाल की, तब चलायो पंथ, सब सिखन को हुक्म है, गुरु मानियो। सिख विरसा, सिख विरसा जान है साडी, इस नूं सारे प्यार करो। गुरुआं ਅਤੇ ਸ਼ਹੀਦਾਂ ਦਾ ਤੁਸੀਂ ਸਾਰੇ ਹੀ ਸਤਿਕਾਰ ਕਰੋ। सब तेरी वड्याई कोई नाहू ना जाने मेरा। आद गुरु है ना मैं, जुगाद गुरु है ना मैं, वो सतगुरु है ना मैं, श्री गुरुदेव ना मैं। .3 FM ਤੇ ਆਪ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਹਾੜਾ ਹੈ 10 ਮਾਘ ਸੰਮਤ 553 ਨਾਨਕ ਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 23 ਜਨਵਰੀ 2022 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ। ਤੇ ਸਭ ਤੋਂ ਪਹਿਲਾਂ ਮੁਆਫੀ ਚਾਹਾਂਗਾ ਕਿ ਪ੍ਰੋਗਰਾਮ ਕੁਝ ਲੇਟ ਹੋ ਗਿਆ ਤਕਨੀਕੀ ਕਾਰਨਾਂ ਕਰਕੇ। ਤੇ 10 ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਮੇਸ਼ਾ ਦੀ ਤਰ੍ਹਾਂ ਚਲੋ ਅੱਜ ਫਿਰ ਉਸੇ ਤਰ੍ਹਾਂ ਆਪਣੀ ਹਾਰੀ ਲਗਵਾਉਂਦੇ ਹਾਂ। ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ। सेवा करे सतगुरु की, सेवा करे सतगुरु की, सेवा करे सतगुरु
ਪਰੇ ਸਤਿਗੁਰੂ ਕੀ ਸੇਵਾ ਕਰੇ ਸਤਿਗੁਰੂ ਕੀ ਕੋਈ ਪੁੱਤ ਸਿੱਖ। ਹਰ ਹਰ ਜਨ ਦੁਈ ਏਕ ਹੈ, ਬੇਵਿਚਾਰ ਕਛ ਨਾਹੀ, ਚਲਤੇ ਬੁਤਰੰਗ ਜਿਉ ਜਦਨੀ ਬਿਗੇ ਸਮਾਨ ਕਤੋਂ ਬਜਕਰੰ ਕਹ ਮੈਂ ਸਮਾਵੇ ਜੀ ਜਾਨ ਸਰਖਤ ਮੰਗੈ ਕੌਣ ਕੀਮਤ ਪਾਵੇ ਕਹਿ ਜੈਨ ਸੁਣ ਭਗਤ ਸੁਹਾਵੈ ਗਮ ਗੁਰ ਸਾਹਿਬੋ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਨਾਵੈ ਪੂਰੇ ਗੁਰ ਉਪਦੇਸਿਆ ਨਾਨਕ ਸੁਨਾਵੈ। ਕਿਥੋਂ ਉਪਜੇ ਕਹਿ ਰਹੇ ਕਹਿ ਮੈਂ ਸਮਾਵੈ, ਜੀ ਜਨ ਸਭ ਖਸਮ ਕੇ ਕੌਣ ਕੀਮਤ ਪਾਵੇ, ਕਹਿਨ ਧਿਆਇਨ ਸੁਣਨ ਸੇਵਕ ਸੁਹਾਵੈ, ਅਗਮ ਗੋਚ ਸਾਹਿਬੋ ਦੁਸ ਲਵੈ ਨਾ ਲਵੈ, ਸਚ ਪੂਰੈ ਗੁਰ ਉਪਦੇਸਿਆ ਨਾਨਕ ਸੁਨਾਵੈ, ਸਚ ਪੂਰੈ ਗੁਰ ਉਪਦੇਸਿਆ ਨਾਨਕ ਸੁਨਾਵੈ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ ਖੇਲਾ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਦ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਤੇ ਆਓ ਚੱਲਦੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕਰਦੇ ਹਾਂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡ ਹੰਸ ਮਹੱਲਾ ਤੀਜਾ। ਏ ਮਨ ਮੇਰਿਆ ਆਵਾ ਗਾਉਣ ਸੰਸਾਰ ਹੈ, ਅੰਤ ਸੱਚ ਨਿਬੇੜਾ ਰਾਮ। ਆਪੇ ਸੱਚਾ ਵਖਸ ਲਾਏ, ਫਿਰ ਹੋਏ ਨਾ ਫੇਰਾ ਰਾਮ। ਏ ਮਨ ਮੇਰਿਆ ਆਵਾ ਗਾਉਣ ਸੰਸਾਰ ਹੈ, ਅੰਤ ਸੱਚ ਨਿਬੇੜਾ ਰਾਮ। ਆਪੇ ਸੱਚਾ ਵਖਸ ਲਾਏ, ਫਿਰ ਹੋਏ ਨਾ ਫੇਰਾ ਰਾਮ।
ਫੇਰਾ ਅੰਤ ਸੱਚ ਨਿਬੇੜਾ ਗੁਰਮੁਖ ਮਿਲੈ ਵਡਿਆਈ ਸਾਚੈ ਰੰਗ ਰਾਤੇ ਸਹਜੇ ਮਾਤੇ ਸਹਜੇ ਰਹੈ ਸਮਾਈ ਸੱਚਾ ਮਨ ਪਾਇਆ ਸੱਚ ਵਸਾਇਆ ਸ਼ਬਦ ਰਤੇ ਅੰਤ ਨਿਬੇਰਾ ਨਾਨਕ ਨਾਮ ਰਤੇ ਸੇ ਸੱਚ ਸਮਾਣੇ ਬਹੁਰ ਨਾ ਭਵ ਜਲ ਫੇਰਾ ਮਾਇਆ ਮੋਹ ਸਭ ਬਰਲ ਹੈ ਦੂਜੈ ਪਾਏ ਖੁਆਈ ਰਾਮ ਮਾਤਾ ਪਿਤਾ ਸਭ ਹੇਤ ਹੈ ਹੇਤੇ ਪਲ ਚਾਈ ਰਾਮ ਹੇਤੇ ਪਲ ਚਾਈ ਪੁਰਬ ਕਮਾਈ ਮੇਟ ਨਾ ਸਕੈ ਕੋਈ ਜਿਨ ਸ੍ਰੇਸ਼ਟ ਸਾਜੀ ਸੋ ਕਰ ਵੇਖੈ ਤਿਸ ਜੇ ਵਡ ਅਵਰ ਨਾ ਕੋਈ ਮਨ ਮੁਖ ਅੰਦਾ ਤਾਪ ਤਾਪ ਖਪੈ ਬਿਨ ਸ਼ਬਦ ਸਾਤ ਨਾ ਆਈ ਨਾਨਕ ਬਿਨ ਨਾਵੈ ਸਭ ਕੋਈ ਭੁੱਲਾ ਮਾਇਆ ਮੋਹ ਖੁਆਈ ਇਹੋ ਜਗ ਜਲਤਾ ਦੇਖ ਕੈ ਭਜ ਪਏ ਹਰ ਸਰਣਾਈ ਰਾਮ ਅਰਦਾਸ ਕਰੀ ਗੁਰ ਪੂਰੇ ਆਗੈ ਰਖ ਲੇਵਹੁ ਦੇਹੋ ਵਡਾਈ ਰਾਮ ਰਖ ਲੇਵਹੁ ਸਰਣਾਈ ਹਰ ਨਾਮ ਵਡਾਈ ਤੁਧ ਜੇ ਵਡ ਅਵਰ ਨਾ ਦਾਤਾ ਸੇਵਾ ਲਾਗੇ ਸੇ ਵਡ ਭਾਗੇ
ਜੋਗ ਜੋਗ ਏਕੋ ਜਾਤਾ ਜਾਤ ਸਾਤ ਸੰਜਮ ਕਰਮ ਕਮਾਵੈ ਬਿਨ ਗੁਰ ਗਤ ਨਹੀਂ ਪਾਈ ਨਾਨਕ ਤਿਸਨੋ ਸ਼ਬਦ ਬੁਝਾਏ ਜੋ ਜਾਏ ਪਵੈ ਹਰ ਸਰਣਾਈ ਜੋ ਹਰ ਮਤ ਦੇ ਸਾ ਉਪਜੈ ਹੋਰ ਮਤ ਨਾ ਕਾਏ RAM ਅੰਤਰ ਬਾਹਰ ਏਕ ਤੂ ਆਪੇ ਦੇਹ 부ਝਾਏ RAM ਆਪੇ ਦੇਹ 부ਝਾਏ ਅਵਰ ਨਾ ਪਾਏ ਗੁਰਮੁਖ ਹਰ ਰਸ ਚਾਖਿਆ ਦਰ ਸਾਚਾ ਸਦਾ ਹੈ ਸਾਚਾ ਸਾਚਾ ਸ਼ਬਦ ਸੁਭਾਖਿਆ ਘਰ ਮਹਿ ਨਿਜ ਘਰ ਪਾਇਆ ਸਤਿਗੁਰ ਦੇ ਵਡਾਏ ਨਾਨਕ ਜੋ ਨਾਮ ਰਤੇ ਸੇ ਮਹਿਲ ਪਾਏ ਨਾ ਮਤ ਪਰਵਾਣ ਸੱਚ ਆਏ ਘਰ ਮਹਿ ਨਿਜ ਘਰ ਪਾਇਆ ਸਤਿਗੁਰ ਦੇ ਵਡਾਏ ਨਾਨਕ ਜੋ ਨਾਮ ਰਤੇ ਸੇ ਮਹਿਲ ਪਾਏ ਨਾ ਮਤ ਪਰਵਾਣ ਸੱਚ ਸਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਤੀਜਾ ਏ ਮਨ ਮੇਰਿਆ ਆਵਾ ਗਾਉਣ ਸੰਸਾਰ ਹੈ ਅੰਤ ਸੱਚ ਨਿਵੇੜਾ RAM ਆਪੇ ਸੱਚਾ ਵਖਸ ਲਏ ਫਿਰ ਹੋਏ ਨਾ ਫੇਰਾ RAM ਹੁਣੇ ਅਸੀਂ ਸਰਵਨ ਕੀਤਾ ਹੈ ਅੱਜ ਦਾ ਹੁਕਮਨਾਮਾ ਜਿਹੜਾ ਕਿ ਸੱਚੇ ਪਾਤਸ਼ਾਹ ਨੇ ਸਾਨੂੰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਅੱਜ ਸੁਬਾਹ ਬਖਸ਼ਿਸ਼ ਕੀਤਾ ਹੈ। ਆਓ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ
ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ ਅੱਜ ਦਾ ਹੁਕਮਨਾਮਾ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦਾ ਰਾਗ ਵਡਹੰਸ ਦੇ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਹੈ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 571 ਅੰਗ ਤੇ ਸੁਸ਼ੋਭਿਤ ਹੈ। ਹੇ ਮੇਰੇ ਮਨ, ਜਗਤ ਦਾ ਮੋਹ ਜੀਵ ਵਾਸਤੇ ਜਨਮ ਮਰਨ ਦਾ ਗੇੜ ਲਿਆਉਂਦਾ ਹੈ। ਆਖਰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿੱਚ ਜੁੜਿਆਂ ਜਨਮ ਮਰਨ ਦਾ ਗੇੜ ਦਾ ਖਾਤਮਾ ਹੋ ਜਾਂਦਾ ਹੈ। ਜਿਸ ਮਨੁੱਖ ਨੂੰ ਸਦਾ ਸਥਿਰ ਰਹਿਣ ਵਾਲਾ ਪ੍ਰਭੂ ਆਪ ਹੀ ਬਖਸ਼ਦਾ ਹੈ, ਉਸ ਨੂੰ ਜਗਤ ਦੇ ਵਿੱਚ ਮੁੜ-ਮੁੜ ਕੇ ਫੇਰਾ ਨਹੀਂ ਪਾਉਣਾ ਪੈਂਦਾ। ਉਸ ਨੂੰ ਮੁੜ-ਮੁੜ ਕੇ ਜਨਮ ਮਰਨ ਦਾ ਗੇੜ ਨਹੀਂ ਮਿਲਦਾ। ਸਦਾ ਸਥਿਰ ਹਰੀ ਨਾਮ ਵਿੱਚ ਲੀਨ ਹੋਣ ਕਰਕੇ ਉਸ ਦੇ ਜਨਮ ਮਰਨ ਦਾ ਆਖਰ ਖਾਤਮਾ ਹੋ ਜਾਂਦਾ ਹੈ। ਗੁਰੂ ਦੀ ਸ਼ਰਨ ਪੈ ਕੇ ਉਸ ਨੂੰ ਲੋਕ ਪਰਲੋਕ ਵਿੱਚ ਇੱਜ਼ਤ ਮਿਲਦੀ ਹੈ। ਜਿਹੜੇ ਮਨੁੱਖ ਸਦਾ ਸਥਿਰ ਹਰੀ ਦੇ ਪ੍ਰੇਮ ਰੰਗ ਦੇ ਵਿੱਚ ਰੰਗੇ ਜਾਂਦੇ ਨੇ, ਉਹ ਆਤਮਿਕ ਅਡੋਲਤਾ ਦੇ ਵਿੱਚ ਮਸਤ ਰਹਿੰਦੇ ਨੇ ਤੇ ਆਤਮਿਕ ਅਡੋਲਤਾ ਦੀ ਰਾਹੀਂ ਹੀ ਪਰਮਾਤਮਾ ਵਿੱਚ ਲੀਨ ਹੋ ਜਾਂਦੇ ਨੇ। ਹੇ ਮੇਰੇ ਮਨ, ਜਿਨ੍ਹਾਂ ਮਨੁੱਖਾਂ ਨੂੰ ਸਦਾ ਸਥਿਰ ਰਹਿਣ ਵਾਲਾ ਪ੍ਰਭੂ ਮਨ ਦੇ ਵਿੱਚ ਪਿਆਰਾ ਲੱਗਣ ਲੱਗ ਪੈਂਦਾ ਹੈ, ਜਿਹੜੇ ਮਨੁੱਖ ਸਦਾ ਸਥਿਰ ਪ੍ਰਭੂ ਨੂੰ ਆਪਣੇ ਮਨ ਦੇ ਵਿੱਚ ਵਸਾ ਲੈਂਦੇ ਨੇ, ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੇ ਵਿੱਚ ਰੰਗੇ ਜਾਂਦੇ ਨੇ, ਉਹਨਾਂ ਦੇ ਜਨਮ ਮਰਨ ਦਾ ਆਖਰ ਖਾਤਮਾ ਹੋ ਜਾਂਦਾ ਹੈ। ਹੇ ਨਾਨਕ, ਪ੍ਰਭੂ ਦੇ ਨਾਮ ਰੰਗ ਵਿੱਚ ਰੰਗੇ ਹੋਏ ਮਨੁੱਖ ਸਦਾ ਸਥਿਰ ਪ੍ਰਭੂ ਦੇ ਵਿੱਚ ਲੀਨ ਹੋ ਜਾਂਦੇ ਨੇ। ਉਹਨਾਂ ਨੂੰ ਸੰਸਾਰ ਸਮੁੰਦਰ ਦੇ ਵਿੱਚ ਮੁੜ-ਮੁੜ ਕੇ ਫੇਰਾ ਨਹੀਂ ਪਾਉਣਾ ਪੈਂਦਾ। ਮਾਇਆ ਦਾ ਮੋਹ ਨਿਰਾ ਪੁਰਾ ਪਾਗਲਪਣ ਹੈ ਜੋ ਦੁਨੀਆ ਨੂੰ ਚੰਬੜਿਆ ਹੋਇਆ ਹੈ। ਦੁਨੀਆ ਇਸ ਮਾਇਆ ਦੇ ਮੋਹ ਦੇ ਵਿੱਚ ਸਹੀ ਜੀਵਨ ਰਾਹ ਤੋਂ ਖੁੰਝੀ ਜਾ ਰਹੀ ਹੈ। ਇਹ ਮੇਰੀ ਮਾਂ ਹੈ, ਇਹ ਮੇਰਾ ਪਿਓ ਹੈ, ਇਹ ਮੇਰੀ ਇਸਤਰੀ ਹੈ, ਇਹ ਮੇਰਾ ਪੁੱਤਰ ਹੈ, ਇਹ ਵੀ ਨਿਰਾ ਮੋਹ ਹੈ। ਇਸ ਮੋਹ ਦੇ ਵਿੱਚ ਦੁਨੀਆ ਉਲਝੀ ਪਈ ਹੈ। ਪੂਰਵਲੇ ਜਨਮ ਦੇ ਵਿੱਚ ਕੀਤੇ ਕਰਮਾਂ ਅਨੁਸਾਰ ਲੁਕਾਈ ਸੰਬੰਧੀਆਂ ਦੇ ਮੋਹ ਦੇ ਵਿੱਚ ਫਸੀ ਰਹਿੰਦੀ ਹੈ। ਆਪਣੀ ਕਿਸੇ ਸਿਆਣਪ ਚਤੁਰਾਈ ਦੇ ਨਾਲ ਪੂਰਵਲੇ ਕਰਮਾਂ ਦੇ ਸੰਸਕਾਰਾਂ ਨੂੰ ਕੋਈ ਮਨੁੱਖ ਨਹੀਂ ਮਿਟਾ ਸਕਦਾ। ਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਇਹ ਮਾਇਆ ਦਾ ਮੋਹ ਰਚ ਕੇ ਤਮਾਸ਼ਾ ਵੇਖ ਰਿਹਾ ਹੈ। ਕੋਈ ਉਸ ਦੇ ਰਾਹ ਦੇ ਵਿੱਚ ਰੋਕ ਨਹੀਂ ਪਾ ਸਕਦਾ, ਕਿਉਂਕਿ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿੱਚ ਅੰਨਾ ਹੋ ਕੇ ਮੋਹ ਵਿੱਚ ਸੜ ਕੇ ਦੁਖੀ ਹੁੰਦਾ ਹੈ। ਗੁਰੂ ਦੇ ਸ਼ਬਦ ਤੋਂ ਬਿਨਾਂ ਉਸ ਨੂੰ ਸ਼ਾਂਤੀ ਨਹੀਂ ਮਿਲ ਸਕਦੀ। ਹੇ ਨਾਨਕ, ਪਰਮਾਤਮਾ ਦੇ ਨਾਮ ਤੋਂ ਬਿਨਾਂ ਹਰੇਕ ਜੀਵ ਕੁਰਾਹੇ ਪਿਆ ਹੋਇਆ ਹੈ। ਮਾਇਆ ਦੇ ਮੋਹ ਦੇ ਕਾਰਨ ਸਹੀ ਜੀਵਨ ਰਾਹ ਤੋਂ ਖੁੰਝਾ ਹੋਇਆ ਹੈ। ਹੇ ਭਾਈ, ਇਸ ਸੰਸਾਰ ਨੂੰ ਵਿਕਾਰਾਂ ਦੇ ਵਿੱਚ ਸੜਦੇ ਵੇਖ ਕੇ ਜਿਹੜੇ ਮਨੁੱਖ ਦੌੜ ਕੇ ਪਰਮਾਤਮਾ ਦੀ ਸ਼ਰਨ ਪੈ ਜਾਂਦੇ ਨੇ, ਉਹ ਸੜਨੋਂ ਬਚ ਜਾਂਦੇ ਨੇ। ਮੈਂ ਵੀ ਪੂਰੇ ਗੁਰੂ ਅੱਗੇ ਅਰਜ਼ੋਈ ਕਰਦਾ ਹਾਂ, ਮੈਨੂੰ ਵਿਕਾਰਾਂ ਦੀ ਸ਼ਰਨ ਤੋਂ ਬਚਾ ਲੈ। ਮੈਨੂੰ ਇਹ ਵਡਿਆਈ ਬਖਸ਼, ਮੈਨੂੰ ਆਪਣੀ ਸ਼ਰਨ ਦੇ ਵਿੱਚ ਰੱਖ। ਪਰਮਾਤਮਾ ਦਾ ਨਾਮ ਜਪਣ ਦੀ ਵਡਿਆਈ ਬਖਸ਼। ਇਹ ਦਾਤ ਬਖਸ਼ਣ ਦੀ ਸਮਰੱਥਾ ਰੱਖਣ ਵਾਲਾ ਤੇਰੇ ਜਿਹੜਾ ਹੋਰ ਕੋਈ ਨਹੀਂ। ਹੇ ਭਾਈ, ਜਿਹੜੇ ਮਨੁੱਖ ਪਰਮਾਤਮਾ ਦੀ ਸੇਵਾ ਭਗਤੀ ਦੇ ਵਿੱਚ ਲੱਗਦੇ ਨੇ, ਉਹ ਵੱਡੇ ਭਾਗਾਂ ਵਾਲੇ ਨੇ। ਉਹ ਉਸ ਪਰਮਾਤਮਾ ਦੇ ਨਾਲ ਡੂੰਘੀ ਸਾਂਝ ਪਾ ਲੈਂਦੇ ਨੇ, ਜਿਹੜਾ ਹਰੇਕ ਯੁੱਗ ਦੇ ਵਿੱਚ ਇੱਕ ਆਪ ਹੀ ਆਪ ਹੈ। ਹੇ ਭਾਈ, ਜੇ ਕੋਈ ਮਨੁੱਖ ਜਤ ਸਤ ਸੰਜਮ ਆਦਿਕ ਕਰਮ ਕਮਾਉਂਦਾ ਹੈ, ਉਸ ਦਾ ਇਹ ਉਦਮ ਵਿਅਰਥ ਜਾਂਦਾ ਹੈ। ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ। ਹੇ ਨਾਨਕ, ਜਿਹੜਾ ਮਨੁੱਖ ਪਰਮਾਤਮਾ ਦੀ ਸ਼ਰਨ ਜਾ ਪੈਂਦਾ ਹੈ, ਪਰਮਾਤਮਾ ਉਸ ਨੂੰ ਗੁਰੂ ਦਾ ਸ਼ਬਦ ਸਮਝਣ ਦੀ ਦਾਤ ਬਖਸ਼ਦਾ ਹੈ। ਹੇ ਭਾਈ, ਪਰਮਾਤਮਾ ਜਿਹੜੀ ਅਕਲ ਮਨੁੱਖ ਨੂੰ ਦਿੰਦਾ ਹੈ, ਉਸ ਦੇ ਅੰਦਰ ਉਹੀ ਮੱਤ ਪ੍ਰਗਟ ਹੁੰਦੀ ਹੈ। ਪ੍ਰਭੂ ਦੀ ਦਿੱਤੀ ਮੱਤ ਤੋਂ ਬਿਨਾਂ ਹੋਰ ਕੋਈ ਮੱਤ ਮਨੁੱਖ ਗ੍ਰਹਿਣ ਨਹੀਂ ਕਰ ਸਕਦਾ। ਹੇ ਪ੍ਰਭੂ, ਹਰੇਕ ਜੀਵ ਦੇ ਅੰਦਰ ਤੇ ਬਾਹਰ ਸਿਰਫ ਤੂੰ ਹੀ ਵਸਦਾ ਹੈ। ਤੂੰ ਆਪ ਵੀ ਜੀਵ ਨੂੰ ਬਖਸ਼ਦਾ ਹੈ। ਹੇ ਪ੍ਰਭੂ, ਤੂੰ ਆਪ ਹੀ ਜੀਵ ਨੂੰ ਅਕਲ ਦਿੰਦਾ ਹੈ। ਤੇਰੀ ਦਿੱਤੀ ਹੋਈ ਅਕਲ ਤੋਂ ਬਿਨਾਂ ਕੋਈ ਹੋਰ ਜੀਵ ਅਕਲ ਲੈ ਹੀ ਨਹੀਂ ਸਕਦਾ ਤੇ ਨਾ ਹੀ ਉਸ ਨੂੰ ਪਸੰਦ ਆ ਸਕਦੀ ਹੈ। ਤਾਈਏ ਹੇ ਭਾਈ, ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਪਰਮਾਤਮਾ ਦੇ ਨਾਮ ਦਾ ਸਵਾਦ ਚੱਖਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ
ਜਿਹੜਾ ਮਨੁੱਖ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ, ਉਹ ਸਦਾ ਥਿਰ ਪ੍ਰਭੂ ਦੇ ਦਰ ਤੇ ਸਦਾ ਅਡੋਲ ਚਿੱਤ ਟਿਕਿਆ ਰਹਿੰਦਾ ਹੈ। ਹੇ ਭਾਈ, ਜਿਸ ਮਨੁੱਖ ਨੂੰ ਸਤਿਗੁਰੂ ਵਡਿਆਈ ਦਿੰਦਾ ਹੈ, ਉਹ ਆਪਣੇ ਹਿਰਦੇ ਦੇ ਵਿੱਚ ਹੀ ਪ੍ਰਭੂ ਦੀ ਹਜ਼ੂਰੀ ਹਾਸਲ ਕਰ ਲੈਂਦਾ ਹੈ। ਹੇ ਨਾਨਕ, ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਰੰਗ ਦੇ ਵਿੱਚ ਰੰਗੇ ਜਾਂਦੇ ਨੇ, ਉਹ ਹੀ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰਦੇ ਨੇ। ਸਦਾ ਸਿਰ ਪ੍ਰਭੂ ਉਹਨਾਂ ਦੀ ਉਹ ਨਾਮ ਸਿਮਰਨ ਵਾਲੀ ਅਕਲ ਪ੍ਰਵਾਨ ਕਰਦਾ ਹੈ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਤੇ ਆਓ ਇੱਕ ਸ਼ਬਦ ਸਰਵਣ ਕਰਦੇ ਹਾਂ, ਉਸ ਤੋਂ ਬਾਅਦ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਵੱਡੇ ਮੇਰੇ ਸਾਹਿਬਾ, ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ, ਗੁਣੀ ਗਹੀਰਾ, ਕੋਏ ਨਾ ਜਾਣੇ ਤੇਰਾ ਕੇਤਾ ਕੇਵਡ ਚੀਰਾ। ਵੱਡੇ ਮੇਰੇ ਸਾਹਿਬਾ, ਸੁਣ ਵਰਡਾ ਆਖੇ ਸਭ ਕੋਏ, ਸੁਣ ਵਰਡਾ ਆਖੇ ਸਭ ਕੋਏ, ਕੇਵਡ ਵਰਡਾ ਜੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕੀਮਤ ਪਾਏ ਨਾ ਕਹਿਆ ਜਾਏ। ਕਹਿਣੇ ਵਾਲੇ ਤੇਰੇ ਰਹਿ ਸਮਾਏ, ਕਹਿਣੇ ਵਾਲੇ ਤੇਰੇ ਰਹਿ ਸਮਾਏ। ਵੱਡੇ ਮੇਰੇ ਸਾਹਿਬਾ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਸੁਰਤੀ ਮਿਲ ਸੁਰਤ ਕਮਾਈ। ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਭਾਈ, ਗਿਆਨੀ ਧਿਆਨੀ ਗੁਰ ਗੁਰ ਭਾਈ। ਕਹਿਣ ਨਾ ਜਾਈ ਤੇਰੀ ਦਿਲ ਵਡਿਆਈ, ਕਹਿਣ ਨਾ ਜਾਈ ਤੇਰੀ ਦਿਲ ਵਡਿਆਈ। ਵੱਡੇ ਮੇਰੇ ਸਾਹਿਬਾ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਭ ਸਤ ਸਭ ਤਪ ਸਭ ਚੰਗਿਆਈਆਂ। ਸਿੱਧਾ ਪੁਰਖਾਂ ਦੀਆਂ ਵਡਿਆਈਆਂ। ਤੁਧ ਬਿਨ ਸੀਧੀ ਕੀਨੇ ਨਾ ਪਾਈਆਂ, ਤੁਧ ਬਿਨ ਸੀਧੀ ਕੀਨੇ ਨਾ ਪਾਈਆਂ। ਕਰਮ ਮਿਲੇ ਨਹੀਂ ਠਾਕਰ ਹਾਇਆ, ਕਰਮ ਮਿਲੇ ਨਹੀਂ ਠਾਕਰ ਹਾਇਆ। ਵੱਡੇ ਮੇਰੇ ਸਾਹਿਬਾ, ਆਖਣ ਵਾਲਾ ਕਿਆ ਵਿਚਾਰਾ, ਆਖਣ ਵਾਲਾ ਕਿਆ ਵਿਚਾਰਾ। ਸਿਫਤੀ
जिस तू दे तिसे क्या चारा, जिस तू दे तिसे क्या चारा, नानक साच सवारन हारा। वड्डे मेरे साहेबा, वड्डे मेरे साहेबा, गैर गंभीरा गुणी गहीरा, कोई न जाने तेरा केता के वड चीरा। वड्डे मेरे साहेबा। ਹਾਂਜੀ, ਇਹ ਆਵਾਜ਼ ਸੀ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਤੇ ਉਹਨਾਂ ਦੇ ਜਥੇ ਦੀ। ਤੇ ਆਓ ਚੱਲਦੇ ਹਾਂ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜੀ ਕਿ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਬਡਹੰਸ ਥਰਡ ਮਹਿਲ। O my mind, the world comes and goes in birth and death. Only the true name shall emancipate you in the end. When the true Lord Himself grants forgiveness, then one does not have to enter the cycle of reincarnation again. He does not have to enter the cycle of the reincarnation again, and he is emancipated in the end. As Gurmukh, he obtains glorious greatness. Imbued with love for the true Lord, he is intoxicated with celestial bliss, and he remains absorbed in the celestial Lord. The true Lord is pleasing to his mind. He enshrines the true Lord in his mind. Attuned to the word of the Shabad, he is emancipated in the end. O Nanak, those who are attuned to the Naam merge in the true Lord. They are not cast into terrifying world ocean again. Emotional attachment to Maya is total madness. Through the love of duality, one is ruined. Mother and father, all are subject to this love. In this love, they are entangled. They are entangled in this love on account of their past actions, which no one can erase. The one who created the universe beholds it. No other is as great as he. The blind, self-willed Manmukh is consumed by his warning rays. Without the word of the Shabad, peace does not come. O Nanak, without the name, everyone is deluded, ruined by emotional attachment to Maya. Seeing this world on fire, I have hurried to the sanctuary of the Lord. I offer my prayer to the perfect Guru. Please save me and bless me with your glorious greatness. Preserve me in your sanctuary and bless me with your glorious greatness of the Lord's name. There is no other giver as great as you. Those who are engaged in serving you are very fortunate. Throughout the ages, they know the one Lord. You may practice celibacy, truth, austere self-discipline, and rituals, but without the Guru, you shall not be emancipated. O Nanak, he alone understands the word of the Shabad, who goes and seeks the Lord's sanctuary. That understanding imparted by the Lord wells up. There is no other understanding, deep within and beyond as well. You alone exist, O Lord. You yourself impart this understanding. One whom he himself blesses with his
with this understanding does not love any other. As Gurmukh, he tastes the subtle essence of the Lord. In the true code, he is forever true. With love, he chants the true word of the Shabad. Within his home, he finds the home of his own inner being. The true Guru blesses him with greatness. O Nanak, those who are attuned to the Naam find the mention of the Lord's presence with their understanding, which is true and approved. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ। ਆਓ ਅਗਲਾ ਸ਼ਬਦ ਸਰਵਣ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਭਾਈ ਨਿਰੰਜਨ ਸਿੰਘ ਜੀ ਜਵਾਦੀ ਕਲਾ ਵਾਲਿਆਂ ਨੇ। निर्गुण राख लिया, निर्गुण राख लिया, राख लिया संतन का सदका, निर्गुण राख लिया, निर्गुण राख लिया, राख लिया संतन का सदका, निर्गुण राख लिया, सतगुर टाक लिया, टाक लिया होए पापी पड़ता, सतगुर टाक लिया, टाक लिया मोहे पापी बड़दा, निर्गुण राख लिया, निर्गुण राख लिया, राख लिया संतन का सदका, निर्गुण राख लिया। टाकन हारे प्रभु हमारे, टाकन हारे प्रभु हमारे, जी प्राण सुख दाते, जी प्राण सुख दाते, अबनासी अवगत स्वामी, अबनासी अवगत स्वामी, पूरन पुरख विदाते, पूरन पुरख विदाते, पूरन पुरख विदाते, निर्गुण राख लिया, निर्गुण राख लिया, राख लिया संतन का सदका, निर्गुण राख लिया, सतगुर टाक लिया, टाक लिया मोहे पापी पड़दा, सतगुर टाक लिया, टाक लिया मोहे पापी पड़दा, टाक लिया मोहे पापी पड़दा, निर्गुण राख लिया, निर्गुण राख लिया, राख लिया संतन का सदका, निर्गुण राख लिया।
उस्तत कहन ना जाए तुम्हारी, उस्तत कहन ना जाए तुम्हारी, कौन कहे तू कद का, कौन कहे तू कद का, नानक दास ताकै बलिहारी, नानक दास ताकै बलिहारी, मिले नाम हर निम का, मिले नाम हर निम का, मिले नाम हर निम का, निर्गुण राख लिया, निर्गुण राख लिया, राख लिया संतन का सच का, निर्गुण राख लिया, सतगुर डाक लिया, डाक लिया मोहे पापी पर्दा, सतगुर डाक लिया, डाक लिया मोहे पापी पर्दा, निर्गुण राख लिया, निर्गुण राख लिया, राख लिया संतन का सदका, निर्गुण राख लिया, निर्गुण राख लिया, निर्गुण राख लिया। 97.3 FM ਤੇ ਆਪ ਜੀ ਸਰਵਣ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਚੱਲਾਂਗੇ ਅਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਣ ਕਰਦੇ ਹੋ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀ ਅਸੀਂ ਲੜੀ ਸ਼ੁਰੂ ਕੀਤੀ ਹੋਈ ਹੈ ਸਿੱਖ ਸਿਧਾਂਤ ਕਿਤਾਬ ਦੇ ਵਿੱਚੋਂ ਬਾਬਾ ਇਕਬਾਲ ਸਿੰਘ ਜੀ ਗੁਰਦੁਆਰਾ ਬੜੂ ਸਾਹਿਬ ਵਾਲੇ ਉਹਨਾਂ ਦੇ ਲਿਖੇ ਹੋਏ ਜਿਹੜੇ ਸ਼ਬਦ ਨੇ ਆਪ ਜੀ ਦੇ ਨਾਲ ਸਾਂਝੇ ਕਰਦੇ ਆ ਰਹੇ ਹਾਂ ਤੇ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਨਾਮ ਸਿਮਰਨ ਦੇ ਸ਼ੀਰਸ਼ਕ ਦੇ ਥੱਲੇ ਉਹਨਾਂ ਦਾ ਜਿਹੜਾ ਲੇਖ ਹੈ ਜਿਹਦੇ ਵਿੱਚ ਉਹਨਾਂ ਨੇ ਦਰਸਾਇਆ ਕਿ ਨਾਮ ਜਪਣ ਦੀ ਕਿਉਂ ਲੋੜ ਹੈ ਜਿਵੇਂ ਕਿ ਸਾਨੂੰ ਮੈਲ ਲੱਗ ਜਾਂਦੀ ਹੈ ਕੱਪੜਿਆਂ ਨੂੰ ਅਸੀਂ ਸਾਬਣ ਦੇ ਨਾਲ ਸਾਫ਼ ਕਰ ਲੈਂਦੇ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਇਸ ਮਨ ਨੂੰ ਵੀ ਪਾਪਾਂ ਦੀ ਜਦ ਮੈਲ ਲੱਗਦੀ ਹੈ ਉਸ ਨੂੰ ਨਾਮ ਦੇ ਨਾਲ ਹੀ ਧੋਤਾ ਜਾ ਸਕਦਾ ਹੈ ਤੇ ਨਾਮ ਜਪਣ ਦੀ ਜੁਗਤ ਬਾਰੇ ਇਹ ਗੱਲਾਂ ਬਾਤਾਂ ਕੁਝ ਅਸੀਂ ਸਾਂਝੀਆਂ ਕੀਤੀਆਂ ਸੀ ਪਿਛਲੇ ਪ੍ਰੋਗਰਾਮ ਦੇ ਵਿੱਚ ਤੇ ਇਸੇ ਤਰ੍ਹਾਂ ਜਿਹੜੀਆਂ ਫਿਜ਼ੀਕਲ ਸਾਨੂੰ ਨਾਮ ਜਪਣ ਦੇ ਵਿੱਚ ਵਿਘਨ ਆਉਂਦੇ ਨੇ ਜਿਵੇਂ ਨੀਂਦ ਆਉਣੀ ਚੌਂਕੜੀ ਮਾਰਨ ਦੇ ਨਾਲ ਸਰੀਰ ਥੱਕਣਾ ਮਨ ਦਾ ਦੌੜਨਾ ਆਦਿ ਇਹ ਡਿਟੇਲ ਦੇ ਵਿੱਚ ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਜਿਹੜਾ ਹੈ ਆਪ ਦੇ ਨਾਲ ਸਾਂਝਾ ਕਰ ਚੁੱਕੇ ਹਾਂ ਤੇ ਅਗਰ ਆਪ ਜੀ ਨੇ ਉਹ ਪ੍ਰੋਗਰਾਮ ਨਹੀਂ ਸੁਣਿਆ ਤੇ YouTube ਦੇ ਉੱਤੇ ਤੁਸੀਂ ਪ੍ਰੋਗਰਾਮ ਸੁਣ ਸਕਦੇ ਹੋ ਸਿੱਖ ਵਿਰਸਾ ਪ੍ਰੋਗਰਾਮ ਤੇ ਪਿਛਲੇ ਐਤਵਾਰ ਦੀ ਤਰੀਕ ਤੇ ਬੜਾ ਆਸਾਨੀ ਦੇ ਨਾਲ ਲੱਭ ਸਕਦਾ ਹੈ ਤੇ ਉਸ ਤੋਂ ਅੱਗੇ ਜਿਹੜੀਆਂ ਨੇ ਰਿੱਧੀ ਸਿੱਧੀ ਬੁੱਧੀ ਤੇ ਸਹਿਜ ਅਵਸਥਾ ਇਹ ਕੀ ਚੀਜ਼ ਹਨ ਇਹਦੇ ਬਾਰੇ ਆਪ ਜੀ ਨੇ ਲਿਖਿਆ ਹੈ ਤੇ ਕਹਿੰਦੇ ਨੇ ਕਿ ਹੁਣ ਇਹ ਦੱਸਣ ਦੀ ਵੀ ਲੋੜ ਹੈ ਕਿ ਭਾਵੇਂ ਸ਼ਬਦ ਦੇ ਅਭਿਆਸ ਕਰਨ ਦੇ ਨਾਲ ਪ੍ਰੇਮ ਅਥਵਾ ਇਸ਼ਕ ਪੈਦਾ ਹੋ ਵੀ ਜਾਵੇ ਤਦ ਵੀ ਰਾਸਤੇ ਦੇ ਵਿੱਚ ਪਾਂਦੀ ਦੇ ਲਈ ਕਈ ਅਟਕਾਂ ਭਾਵ ਕੇ ਰੁਕਾਵਟਾਂ ਆਉਂਦੀਆਂ ਨੇ ਆਤਮ ਪਦ ਪਰਮ ਪਦ ਤੁਰੀਆ ਪਦ ਜਾਂ ਸਹਿਜ ਅਵਸਥਾ ਇਹਨਾਂ ਸਾਰੀਆਂ ਰੁਕਾਵਟਾਂ ਨੂੰ ਲੰਘ ਕੇ ਹੀ ਆਉਂਦੀ ਹੈ ਤੇ ਹੁਣ ਆਪ ਜੀ ਦੱਸਦੇ ਨੇ ਕਿ ਇਹ ਕੀ ਚੀਜ਼ਾਂ ਨੇ ਇਹ ਵੀ ਇੱਕ ਕਿਸਮ ਦੀਆਂ ਰੁਕਾਵਟਾਂ ਨੇ ਜਿੱਦਾਂ ਪਹਿਲਾਂ ਜਿਹੜੀਆਂ ਨੇ ਮਨ ਦੌੜਦਾ ਹੈ ਤੇ ਹੋਰ ਸਰੀਰਕ ਤੌਰ ਦੇ ਉੱਤੇ ਜਿਹੜਾ ਹੈ ਥਕਾਵਟ ਹੋਣੀ ਨੀਂਦ ਆਉਣੀ ਆਦਿ ਇਹ ਜਿਹੜੀਆਂ ਫਿਜ਼ੀਕਲ ਜਿਹੜੇ ਹੈ
ਰੁਕਾਵਟਾਂ ਨੇ ਉਦੋਂ ਬਾਅਦਾਂ ਇਹ ਜਿਹੜੀਆਂ ਦੱਸੀਆਂ ਨੇ, ਨਿੱਧੀ, ਰਿੱਧੀ, ਸਿੱਧੀ, ਬੁੱਧੀ, ਤੇ ਇਹ ਜਿਹੜੀਆਂ ਵੱਖਰੀਆਂ ਜਿਹੜੀਆਂ ਹੈ ਚੀਜ਼ਾਂ ਨੇ ਜਿਹੜੀਆਂ ਰਾਹ ਦੇ ਵਿੱਚ ਆਉਂਦੀਆਂ ਨੇ। ਜਦੋਂ ਕੋਈ ਪ੍ਰਾਣੀ ਬੰਦਗੀ ਕਰਨ ਲੱਗਦਾ ਹੈ, ਉਸ ਨੂੰ ਨਾਮ ਬਾਣੀ ਦਾ ਪ੍ਰੇਮ ਹੋ ਜਾਂਦਾ ਹੈ। ਤਦ ਕੁਦਰਤੀ ਹਰ ਇੱਕ ਮਾਈ ਭਾਈ ਆਖਣ ਲੱਗ ਪੈਂਦਾ ਹੈ ਕਿ ਭਾਈ ਫਲਾਣਾ ਤਾਂ ਬੜਾ ਭਗਤ ਹੋ ਗਿਆ ਹੈ। ਜੇਕਰ ਉਸਤਤ ਸੁਣ ਕੇ ਉਸ ਦੇ ਵਿੱਚ ਮਟਕ ਆ ਜਾਵੇ ਤੇ ਇਸ ਦੀ ਗਰਦਨ ਭਾਵ ਕੇ ਮਨ, ਇਹ ਮੈਂ ਕੁਝ ਬਣ ਗਿਆ ਹਾਂ, ਇਸ ਗੱਲ ਦਾ ਕਿੱਲਾ ਠੁੱਕ ਜਾਵੇ, ਤਾਂ ਵਿਚਾਰਾ ਪਹਿਲੇ ਟੋਏ ਵਿੱਚ ਹੀ ਡਿੱਗ ਪੈਂਦਾ ਹੈ, ਅੱਗੋਂ ਤੁਰਨ ਜੋਗਾ ਨਹੀਂ ਰਹਿੰਦਾ। ਪਰ ਜੇਕਰ ਸਤਿਗੁਰੂ ਦੀ ਮਿਹਰ ਤੇ ਸਤ ਸੰਗ ਦੀ ਬਰਕਤ ਦੇ ਨਾਲ ਉਸ ਦੇ ਹਿਰਦੇ ਵਿੱਚ ਗਰੀਬੀ ਵਸ ਜਾਵੇ, ਹਉ ਤਿਸ ਘੋਲ ਕਮਾਇਆ, ਗੁਰਮਤਿ ਹਿਰਦੈ ਗਰੀਬੀ ਆਵੇ, ਤਦ ਉਹ ਇਸ ਅਟਕ ਤੋਂ, ਇਸ ਰੁਕਾਵਟ ਤੋਂ ਲੰਘ ਜਾਂਦਾ ਹੈ। ਜਦੋਂ ਵੀ ਕੋਈ ਉਸ ਦੀ ਉਸਤਤ ਕਰੇ ਤੇ ਉਹਦੇ ਮੂੰਹੋਂ ਇਹੀ ਨਿਕਲੇ ਕਿ ਹੇ ਅਕਾਲ ਪੁਰਖ, ਸਭ ਕੁਝ ਤੇਰੇ ਨਾਮ ਦੀ ਵਡਿਆਈ ਕਰਕੇ ਹੀ ਹੈ। ਮੈਂ ਤਾਂ ਮੂਰਖ ਸੀ, ਜਿਸ ਨੂੰ ਕੁਝ ਵੀ ਨਹੀਂ ਸੀ ਪਤਾ ਤੇ ਨਾ ਹੀ ਕੋਈ ਜਾਣਦਾ ਸੀ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੇ ਮੇਰਾ। ਤੇ ਉਸ ਤੋਂ ਅੱਗੇ ਹੈ ਰਿੱਧੀ। ਕੁਝ ਚਿਰ ਹੋਰ ਸਾਧਨਾ ਤੋਂ ਮਗਰੋਂ ਰਿੱਧੀ ਆਪਣਾ ਰੰਗ ਵਿਖਾਉਣਾ ਸ਼ੁਰੂ ਕਰਦੀ ਹੈ। ਮਾਈ ਭਾਈ ਇਸ ਨੂੰ ਕਈ ਤਰ੍ਹਾਂ ਦੇ ਪਦਾਰਥ, ਮਾਇਆ, ਵਸਤਰ ਆਦਿਕ ਭੇਟਾ ਕਰਨ ਲੱਗ ਪੈਂਦੇ ਨੇ। ਜੇਕਰ ਇਹ ਆਪਣਾ ਤੇ ਆਪਣੇ ਪਰਿਵਾਰ ਦਾ ਢਿੱਡ ਭਰਨ ਲੱਗ ਪਵੇ ਤਾਂ ਇੱਥੇ ਇਸੇ ਅਵਸਥਾ ਵਿੱਚ ਰਹਿ ਜਾਂਦਾ ਹੈ। ਪਰ ਜੇਕਰ ਇਹ ਮਾਇਆ ਦੇ ਨਾਲ ਲੰਗਰ ਚਲਾ ਦੇਵੇ, ਕੋਈ ਧਰਮ ਅਸਥਾਨ, ਗੁਰਦੁਆਰਾ ਬਣਾ ਦੇਵੇ, ਜਾਂ ਕਿਸੇ ਹੋਰ ਸ਼ੁਭ ਕਾਰਜ ਵਾਸਤੇ ਇਹ ਚੀਜ਼ਾਂ ਲਾ ਦੇਵੇ, ਤਦ ਇਸ ਖਾਤੇ ਤੋਂ ਵੀ ਪਾਰ ਹੋ ਜਾਂਦਾ ਹੈ। ਦੁਨਿਆਵੀ ਪੱਧਰ ਤੇ ਇਸ ਅਵਸਥਾ ਦੇ ਵਿੱਚ ਪਹੁੰਚਣ ਤੇ ਜੀਵ ਦੇ ਕਾਰੋਬਾਰ ਵਿੱਚ ਬਹੁਤ ਵਾਧਾ ਹੁੰਦਾ ਹੈ, ਤਾਂ ਉਸ ਦਾ ਫਰਜ਼ ਹੈ ਕਿ ਉਹ ਆਪਣੀਆਂ ਜ਼ਰੂਰੀ ਲੋੜਾਂ ਨੂੰ ਪੂਰੀਆਂ ਕਰਕੇ ਇਸ ਮਾਇਆ ਨੂੰ ਪ੍ਰਭੂ ਦੀ ਬਖਸ਼ਿਸ਼ ਜਾਣਦਿਆਂ ਹੋਇਆਂ ਧਰਮ, ਅਰਥ ਜਾਂ ਗੁਰਮਤਿ ਦੇ ਕਾਰਜਾਂ ਵੱਲ ਨਿਰਮਾਣ ਤੇ ਲਾ ਦੇਵੇ। ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਆਪਣੇ ਨਾਮ ਸਿਮਰਨ ਤੇ ਗਰੀਬੀ ਨੂੰ ਹੋਰ ਵਧਾਉਣ ਦੇ ਲਈ ਯਤਨਸ਼ੀਲ ਰਹੇ। ਸਿੱਧੀ। ਰਿੱਧੀ ਤੋਂ ਬਾਅਦ ਸ਼ਬਦ ਦਾ ਅਭਿਆਸ ਵੱਧ ਜਾਵੇ ਤਾਂ ਸਿੱਧੀ ਫੁਰ ਪੈਂਦੀ ਹੈ। ਸਹਿਜ ਸੁਭਾਅ ਹੀ ਜੋ ਬਚਨ ਨਿਕਲ ਜਾਵੇ ਉਹ ਪੂਰਾ ਹੋ ਜਾਂਦਾ ਹੈ। ਇਸ ਦਸ਼ਾ ਨੂੰ ਕੋਈ ਸੂਰਮਾ ਹੀ ਸਾਂਭ ਸਕਦਾ ਹੈ, ਨਹੀਂ ਤਾਂ ਬਹੁਤ ਸਾਰੇ ਸੱਚ ਦੇ ਪਾਂਧੀ ਇੱਥੇ ਹੀ ਅਟਕ ਜਾਂਦੇ ਨੇ। ਮਾਈ ਭਾਈ ਦੁੱਧ ਪੁੱਤ ਵਾਸਤੇ ਆਉਣ ਲੱਗ ਪੈਂਦੇ ਨੇ, ਬੜਾ ਆਦਰ ਮਾਣ ਹੁੰਦਾ ਹੈ, ਪਰ ਗੱਲ ਨਿਰੀਪੁਰੀ ਗੁੜ ਤੇ ਮੱਖੀਆਂ ਵਾਲੀ ਹੈ। ਗੁੜ ਗੰਦਾ ਹੋ ਜਾਂਦਾ ਹੈ ਤੇ ਮੱਖੀਆਂ ਆਪਣਾ ਖੰਭ ਤੁੜਾ ਬਹਿੰਦੀਆਂ ਨੇ। ਮੋਹ ਮਾਇਆ ਦੇ ਜਾਲ ਦੇ ਵਿੱਚ ਤਾਂ ਅੱਗੇ ਹੀ ਸੰਸਾਰ ਫਸਿਆ ਹੋਇਆ ਹੈ। ਸੱਚ ਦੇ ਪਾਂਧੀ ਦਾ ਅਸਲੀ ਕੰਮ ਇਸ ਤੋਂ ਕਠਿਨ ਹੈ। ਦੁੱਧ ਪੁੱਤ ਦੇ ਕੇ ਉਹ ਆਪਣੀ ਕਮਾਈ ਗਵਾ ਲੈਂਦਾ ਹੈ। ਇੱਛਾਧਾਰੀ ਸੰਸਾਰੀ ਜੀਵ ਆਪਣੀ ਮਾਇਆ ਤੇ ਸਮਾਂ ਅਜਾਈ ਗਵਾ ਜਾਂਦੇ ਨੇ ਤੇ ਅੱਗੋਂ ਨਾਲੋਂ ਵੀ ਵੱਧ ਦ੍ਰਿਸ਼ਟਮਾਨ ਦੇ ਜਾਲ ਵਿੱਚ ਜਕੜੇ ਜਾਂਦੇ ਨੇ। ਗੁਰਮੁਖ ਇਸ ਅਵਸਥਾ ਨੂੰ ਜਰ ਲੈਂਦੇ ਨੇ, ਕਿਉਂਕਿ ਉਹ ਗੁਰੂ ਦੀ ਰਜ਼ਾ ਭਾਣੇ ਦੇ ਵਿੱਚ ਤੇ ਹੁਕਮ ਵਿੱਚ ਰਹਿੰਦੇ ਨੇ ਤੇ ਕਿਸੇ ਨੂੰ ਵਰ ਜਾਂ ਸਰਾਫ ਨਹੀਂ ਦਿੰਦੇ। ਬੁੱਧੀ। ਪਰ ਜੇਕਰ ਸਤਿਗੁਰੂ ਦੀ ਮਿਹਰ ਤੇ ਪੂਰਨ ਗੁਰਮੁਖਾਂ ਦੀ ਸੰਗਤ ਦੁਆਰਾ ਨਿਰਾਕਾਰ ਦਾ ਪਾਂਧੀ ਇਸ ਨਿੱਧੀ, ਰਿੱਧੀ ਤੇ ਸਿੱਧੀ ਦੇ ਘੁੰਮਣ ਘੇਰੀ ਦੇ ਵਿੱਚੋਂ ਨਿਕਲ ਜਾਵੇ ਤਾਂ ਬੁੱਧੀ ਦਾ ਦਰਜਾ ਆਉਂਦਾ ਹੈ। ਦਮੜੀ ਚਮੜੀ ਦੇ ਵਿੱਚ ਵਿਖਮ ਦ੍ਰਿਸ਼ਟੀ ਨੂੰ ਜਦੋਂ ਜਗਿਆਸੂ ਜਿੱਤ ਲੈਂਦਾ ਹੈ ਤਾਂ ਸਿੱਧੀ ਪ੍ਰਾਪਤ ਹੁੰਦੀ ਹੈ। ਜਦੋਂ ਸਿੱਧੀ ਦੀ ਤਾਕਤ ਨੂੰ ਜਰ ਲਵੇ ਤਦ ਬੁੱਧ ਦਾ ਪ੍ਰਕਾਸ਼ ਹੋ ਜਾਂਦਾ ਹੈ ਤੇ ਸੁਰਤ ਗਿਆਨ ਖੰਡ ਦੇ ਵਿੱਚ ਜਾ ਪੜਦੀ ਹੈ। ਇਸ ਨੂੰ ਅਗਮ ਨਿਗਮ ਭੂਤ ਭਵਿੱਖ ਦੀ ਸੋਝੀ ਹੋ ਜਾਂਦੀ ਹੈ। ਪਰ ਅਜੇ ਵੀ ਗਇਤਾ ਤੇ ਗਏ ਭਾਵ ਕਿ ਜਾਣਨ ਵਾਲਾ ਤੇ ਜਿਸ ਨੂੰ ਜਾਣਦਾ ਹੈ ਵੱਖਰੇ ਹਨ। ਪਰ ਇਉਂ ਫੁਰਦਾ ਹੈ ਕਿ ਮੈਂ ਜਾਣਦਾ ਹਾਂ। ਅਜੇ ਹਮ ਤੇ ਤੁਮ ਦਾ ਭੇਦ ਨਹੀਂ ਮਿਟਿਆ, ਭਾਵ ਕਿ ਜਾਣਨ ਵਾਲਾ ਜਗਿਆਸੂ ਤੇ ਜਿਸ ਨੂੰ ਉਹ ਜਾਣਦਾ ਹੈ ਅਕਾਲ ਪੁਰਖ ਵੱਖਰੇ ਪ੍ਰਤੀਤ ਹੁੰਦੇ ਨੇ। ਜਦੋਂ ਜਗਿਆਸੂ ਨਾ ਜਿੱਤੇ ਜਾਣ ਵਾਲੇ ਵਿਸ਼ੇ ਵਿਕਾਰਾਂ ਵਾਲੇ ਮਨ ਤੇ ਕਾਬੂ ਪਾ ਲੈਂਦਾ ਹੈ ਤਾਂ ਉਸ ਨੂੰ ਸਿੱਧੀ ਦਾ ਦਰਜਾ ਪ੍ਰਾਪਤ ਹੁੰਦਾ ਹੈ। ਜੇ ਸਿੱਧੀ ਦੀ ਅਵਸਥਾ ਨੂੰ ਜਰ ਜਾਏ ਤਾਂ ਬੁੱਧ ਦਾ ਪ੍ਰਕਾਸ਼ ਹੋ ਜਾਂਦਾ ਹੈ। ਜਿਸ ਵਕਤ ਪ੍ਰਭੂ ਦੇ ਪ੍ਰੇਮ ਦੇ ਤੀਰ ਹਿਰਦੇ ਵਿੱਚ ਵੱਜਦੇ ਨੇ ਤਾਂ ਫਿਰ ਉਹ ਪ੍ਰਭੂ ਦੇ ਪ੍ਰੇਮ ਦੇ ਵਿੱਚ ਲੀਨ ਹੋ ਜਾਂਦਾ ਹੈ।
ਉਸ ਦੇ ਅੰਦਰੋਂ ਸਾਰੇ ਸੰਸਾਰਿਕ ਭਰਮ ਖਹਿ ਹੋ ਜਾਂਦੇ ਨੇ। ਅਚਾਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ, ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਤਾਂ ਭ੍ਰਮ ਕਾਟਿਆ ਜਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅੰਗ 607। ਸਹਿਜ ਅਵਸਥਾ। ਜਦੋਂ ਤੱਕ ਹਉਮੈ ਰਹਿੰਦੀ ਹੈ ਉਨਾ ਚਿਰ ਜੀਵ ਦੇ ਅੰਦਰ ਪ੍ਰਭੂ ਦੀ ਹਜ਼ੂਰੀ ਅਨੁਭਵ ਨਹੀਂ ਹੁੰਦੀ, ਪਰ ਜਦੋਂ ਜੀਵ ਦੀ ਹਉਮੈ ਦੂਰ ਹੋ ਜਾਂਦੀ ਹੈ ਤਾਂ ਉਸ ਦੀ ਹਜ਼ੂਰੀ ਰੋਮ ਰੋਮ ਦੇ ਵਿੱਚ ਪ੍ਰਤੀਤ ਹੋਣ ਲੱਗਦੀ ਹੈ। 657 ਅੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਫਰਮਾਨ ਹੈ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਜਦੋਂ ਪ੍ਰੇਮ ਦਾ ਤੀਰ ਲੱਗੇ ਤਾਂ ਧੰਨ ਗੁਰੂ ਨਾਨਕ ਵਾਹ ਵਾਹ ਦੇ ਵਿੱਚ ਆਪਣਾ ਆਪ ਭੁੱਲ ਜਾਵੇ, ਤਦ ਹੀ ਪੂਰਨ ਅਡੋਲ ਸਹਿਜ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਤਦ ਜਗਿਆਸੂ ਐਸੀ ਇਲਾਹੀ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਉਸ ਦੀ ਸੁਰਤ ਸ਼ਬਦ ਗੁਰੂ ਦੇ ਵਿੱਚ ਲੀਨ ਹੋ ਕੇ ਨਿਰੰਕਾਰ ਦੇ ਦੇਸ ਪਹੁੰਚਦੀ ਹੈ ਤੇ ਉਹ ਸਦੀਵੀ ਸੁਖ ਆਤਮਕ ਆਨੰਦ ਮਾਣਦਾ ਹੈ। ਨਿਰੰਕਾਰ ਕੈ ਦੇਸ ਜਾਹੇ, ਤਾਂ ਸੁਖ ਲਹਿ ਹੈ ਮਹਲ। ਮਨੁੱਖ ਇੱਥੇ ਪਹੁੰਚਣ ਤੇ ਗੁਰਮੁਖ ਵਾਲੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਜਿੱਥੇ ਕੋਈ ਗਮ ਦੁੱਖ ਚਿੰਤਾ ਨਹੀਂ ਵਿਆਪਦੀ, ਜਿਸ ਨੂੰ ਭਗਤ ਰਵਿਦਾਸ ਜੀ ਮਹਾਰਾਜ ਬੇਗਮਪੁਰਾ ਸ਼ਹਿਰ ਕਹਿੰਦੇ ਨੇ। ਬੇਗਮਪੁਰਾ ਸ਼ਹਿਰ ਕੋ ਨਾਉ, ਤੂਖ ਅੰਦੋਹ ਨਹੀਂ ਤਹਿ ਠਾਓ। ਇੱਥੇ ਪਹੁੰਚਣ ਤੇ ਗੁਰਮੁਖ ਉੱਤੇ ਪ੍ਰਭੂ ਦੀ ਕਿਰਪਾ ਹੋ ਜਾਂਦੀ ਹੈ। ਉਸ ਨੂੰ ਸ਼ਬਦ ਗੁਰੂ ਦੀ ਵਿਚਾਰ ਰਾਹੀਂ ਇਹ ਇਲਾਹੀ ਗਿਆਨ ਹੋ ਜਾਂਦਾ ਹੈ ਕਿ ਪਰਮਾਤਮਾ ਆਤਮ ਰੂਪ ਦੇ ਵਿੱਚ ਹਰ ਇੱਕ ਜੀਵ ਦੇ ਵਿੱਚ ਵਸ ਰਿਹਾ ਹੈ। ਆਤਮ ਮਹਿ ਰਾਮ, ਰਾਮ ਮਹਿ ਆਤਮ, ਚੀਨਸ ਗੁਰ ਵਿਚਾਰਾ। ਇਸ ਅਵਸਥਾ ਦੇ ਵਿੱਚ ਗੁਰਮੁਖ ਨੂੰ ਫਿਰ ਪੱਤੇ ਪੱਤੇ ਦੇ ਵਿੱਚ ਅੰਦਰ ਬਾਹਰ ਪਿਆਰਾ ਹੀ ਪਿਆਰਾ ਭਾਸਦਾ ਹੈ ਤੇ ਆਪਾ ਭਾਵ ਉੱਕਾ ਹੀ ਮਿਟ ਜਾਂਦਾ ਹੈ। ਉਸ ਦੀ ਮੈਂ ਮੇਰੀ ਹਉਮੈ ਮਰ ਜਾਂਦੀ ਹੈ ਤੇ ਸਭ ਕੁਝ ਤੇਰਾ ਹੀ ਭਾਸਦਾ ਹੈ। ਮੈਂ ਨਾਹੀਂ ਪ੍ਰਭ ਸਭ ਕਿਛ ਤੇਰਾ। ਇੱਥੇ ਅਪੜ ਕੇ ਅਬਿਨਾਸੀ ਸੁਖ ਹੈ। ਭਗਤ ਜਨ ਅਕਾਲ ਪੁਰਖ ਦਾ ਉਪਦੇਸ਼ ਕਮਾ ਕੇ ਆਤਮਿਕ ਜੀਵਨ ਪ੍ਰਾਪਤ ਕਰ ਲੈਂਦੇ ਨੇ। ਫਿਰ ਇਸ ਅਵਸਥਾ ਦੇ ਵਿੱਚ ਰਿੱਧੀਆਂ ਸਿੱਧੀਆਂ ਭਾਵ ਕਰਾਮਾਤੀ ਤਾਕਤਾਂ ਆਪਣੇ ਆਪ ਹੀ ਉਹਨਾਂ ਦੇ ਚਰਨਾਂ ਵਿੱਚ ਰੁਲਦੀਆਂ ਫਿਰਦੀਆਂ ਨੇ। ਰਿੱਧ ਸਿੱਧ ਸਭ ਭਗਤਾਂ ਚਰਣੀ ਲਾਗੀ, ਗੁਰ ਕੈ ਸਹਿਜ ਸੁਭਾਈ। ਪਰੰਤੂ ਉਹ ਕਰਤਾਰ ਦੀ ਰਜਾ ਵਿੱਚ ਰਹਿ ਕੇ ਇਹਨਾਂ ਵੱਲ ਧਿਆਨ ਨਹੀਂ ਦਿੰਦੇ ਤੇ ਸਦਾ ਪਿਆਰੇ ਦੀ ਰਜਾ ਵਿੱਚ ਰਹਿੰਦੇ ਨੇ। ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੈ। ਤੇ ਆਓ ਇੱਕ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਅਨੁਭਵ ਪ੍ਰਕਾਸ਼ ਜਿਹੜੀ ਅਵਸਥਾ ਹੈ ਉਹਦੇ ਬਾਰੇ ਜਿਹੜੀਆਂ ਕੁਝ ਗੱਲਾਂ ਲਿਖੀਆਂ ਨੇ ਉਹ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ। ਬੇਗਮਪੁਰਾ ਸ਼ਹਿਰ ਕੋ, ਬੇਗਮਪੁਰਾ ਸ਼ਹਿਰ ਕੋ, ਦੁਖ ਅੰਦੋ ਨਹੀਂ ਦੇਖਾ, ਦੁਖ ਅੰਦੋ ਨਹੀਂ ਦੇਖਾ। ਬੇਗਮਪੁਰਾ ਸ਼ਹਿਰ ਕੋ, ਬੇਗਮਪੁਰਾ ਸ਼ਹਿਰ ਕੋ, ਦੁਖ ਅੰਦੋ ਨਹੀਂ ਦੇਖਾ, ਦੁਖ ਅੰਦੋ ਨਹੀਂ ਦੇਖਾ। ਬੇਗਮਪੁਰਾ ਸ਼ਹਿਰ ਕੋ, ਨਾ ਤਸਵੀਸ ਖਿਰਾਜ ਨਮਾਰ, ਨਾ
आस वीस खिराज न मान खौफ ना खता ना तरस जवान बेगमपुरा शहर को बेगमपुरा
ਹਾਂਜੀ, ਇਹ ਆਵਾਜ਼ ਸੀ ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਦੀ ਤੇ ਆਪ ਜੀ ਸੁਣ ਰਹੇ ਹੋ ਕੋਹਿਨੂਰ ਰੇਡੀਓ 97.3 FM ਤੇ ਇਸ ਸ਼ਬਦ ਤੋਂ ਪਹਿਲਾਂ ਅਸੀਂ ਜਿਹੜੀਆਂ ਵੱਖਰੀਆਂ ਜਿਹੜੀਆਂ ਰੁਕਾਵਟਾਂ ਆਉਂਦੀਆਂ ਨੇ ਉਹਨਾਂ ਦੇ ਬਾਰੇ ਜ਼ਿਕਰ ਕਰ ਰਹੇ ਸੀ, ਜਿਵੇਂ ਨਿੱਧੀ, ਰਿੱਧੀ, ਸਿੱਧੀ ਤੇ ਬੁੱਧੀ ਤੇ ਉਸ ਤੋਂ ਬਾਅਦ ਸਹਿਜ ਅਵਸਥਾ ਜਿਹੜੀ ਪ੍ਰਾਪਤ ਹੁੰਦੀ ਹੈ, ਅਨੁਭਵ ਪ੍ਰਕਾਸ਼, ਉਹਦੇ ਬਾਰੇ ਕੁਝ ਕੁ ਗੱਲਾਂ ਜਿਹੜੀਆਂ ਲਿਖੀਆਂ ਨੇ ਬਾਬਾ ਇਕਬਾਲ ਸਿੰਘ ਜੀ ਨੇ। ਉਹ ਇਸ ਤਰ੍ਹਾਂ ਨੇ, ਵਾਹਿਗੁਰੂ ਚੱਕਰ ਚਿਹਨ ਵਰਨ ਜਾਤ ਪਾਤ ਤੋਂ ਰਹਿਤ ਹੈ, ਉਸ ਦਾ ਰੂਪ ਰੇਖ ਰੰਗ ਕੁਝ ਵੀ ਕਿਹਾ ਨਹੀਂ ਜਾ ਸਕਦਾ, ਉਹ ਸਦਾ ਹੀ ਇੱਕ ਰਸ ਵਰਤਦਾ ਹੈ ਤੇ ਅਨੁਭਵ ਦਾ ਵਿਸ਼ਾ ਹੈ। ਦਲੀਲ ਦੇ ਨਾਲ ਉਸ ਦਾ ਕੋਈ ਤੋਲ ਭਾਵ ਕੇ ਬਿਆਨ ਨਹੀਂ ਕੀਤਾ ਜਾ ਸਕਦਾ, ਅਥਵਾ ਇਨਸਾਨ ਵਾਹਿਗੁਰੂ ਨੂੰ ਰੋਮ ਰੋਮ ਦੇ ਵਿੱਚ ਪ੍ਰਤੀਤ ਭਾਵ ਕੇ ਅਨੁਭਵ ਕਰ ਸਕਦਾ ਹੈ ਤੇ ਕਿ ਗੋਡ ਕੌਨਸ਼ੀਅਸ ਹੋ ਸਕਦਾ ਹੈ, ਪਰ ਜੀਵਾ ਦੁਆਰਾ ਉਸ ਦਾ ਕੋਈ ਸਰੂਪ ਵਰਣਨ ਨਹੀਂ ਕੀਤਾ ਜਾ ਸਕਦਾ। ਜਿਸ ਤਰ੍ਹਾਂ ਮਨੁੱਖ ਮਾਤਰ ਨੂੰ ਖੁਸ਼ੀ ਗਮੀ ਦੀ ਲਹਿਰ ਰੋਮ ਰੋਮ ਦੇ ਵਿੱਚ ਪ੍ਰਤੀਤ ਹੁੰਦੀ ਹੈ, ਪਰ ਉਹ ਇਹਨਾਂ ਨੂੰ ਕਿਸੇ ਸਰੂਪ ਦੇ ਵਿੱਚ ਨਹੀਂ ਦੱਸ ਸਕਦਾ। ਇਸੇ ਤਰ੍ਹਾਂ ਜਗਿਆਸੂ ਨੂੰ ਨਿਤਨੇਮ ਗੁਰਮੰਤਰ ਦਾ ਅਭਿਆਸ ਕਰਦਿਆਂ ਹਰੀ ਕੀਰਤਨ ਦੇ ਵਿੱਚ ਹਿੱਸਾ ਲੈਂਦਿਆਂ ਜਾਂ ਪੂਰਨ ਪ੍ਰੇਮ ਦੇ ਨਾਲ ਸੁਣਦਿਆਂ, ਨਿਸ਼ਕਾਮ ਸੇਵਾ ਦਾ ਲਾਭ ਉਠਾਉਂਦਿਆਂ ਤੇ ਆਤਮ ਵਿਚਾਰ ਕਰਦਿਆਂ ਬਾਹਰ ਭੀਤਰ ਇੱਕੋ ਜਾਨੋ ਇਹ ਗੁਰ ਗਿਆਨ ਬਤਾਈ, ਆਪਣੇ ਅੰਦਰੋਂ ਕੁਦਰਤ ਦੇ ਹਰ ਇੱਕ ਰੰਗ ਤੇ ਹਰ ਇੱਕ ਸ਼ਕਲ ਦੇ ਵਿੱਚ ਵਾਹਿਗੁਰੂ ਭਾਸਣ ਲੱਗ ਪੈਂਦਾ ਹੈ। ਖੋਜੀ ਪੁਰਸ਼ ਨੂੰ ਹਰ ਇੱਕ ਸਰੂਪ ਦੇ ਵਿੱਚ ਰੱਬ ਦਿਸਣ ਲੱਗ ਪੈਂਦਾ ਹੈ ਤੇ ਹਰ ਇੱਕ ਆਵਾਜ਼ ਪਿਆਰੇ ਦੀ ਆਵਾਜ਼ ਲੱਗਦੀ ਹੈ। ਉਸ ਨੂੰ ਪ੍ਰਤੱਖ ਹੋ ਜਾਂਦਾ ਹੈ ਕਿ ਸਭ ਦ੍ਰਿਸ਼ਟਮਾਨ ਦਾ ਆਸਰਾ ਤੇ ਸਾਰੇ ਭਿੰਨ ਸ਼ਬਦਾਂ, ਬੋਲੀਆਂ ਤੇ ਆਵਾਜ਼ਾਂ ਦਾ ਆਧਾਰ ਸਤਿਚਿਤ ਆਨੰਦ ਪਰਮਾਤਮ ਦੇਵ ਹੈ। ਬਸ ਇਸ ਤੋਂ ਪਰੇ ਨਾ ਕੋਈ ਦਸ਼ਾ ਹੈ, ਨਾ ਕੋਈ ਦੇਸ਼ ਹੈ, ਨਾ ਖੰਡ ਹੈ, ਤੇ ਇਹ ਦਸ਼ਾ ਇਸ ਸਰੀਰ ਦੇ ਵਿੱਚ ਹੀ ਪ੍ਰਾਪਤ ਕਰਨੀ ਹੈ। ਆਤਮ ਪਦ ਸਹਿਜ ਅਵਸਥਾ ਦੇ ਵਿੱਚ ਪਹੁੰਚਣ ਲਈ ਗੁਰੂ ਰਾਮਦਾਸ ਜੀ ਮਹਾਰਾਜ ਨੇ ਰਾਗ ਸੂਹੀ ਮਹੱਲਾ ਚੌਥਾ ਦੇ ਵਿੱਚ ਜਗਿਆਸੂ ਇਸਤਰੀ ਨੂੰ ਪਤੀ ਪਰਮੇਸ਼ਰ ਦੇ ਮਿਲਾਪ ਦੀਆਂ 4 ਮੰਜ਼ਲਾਂ ਦੱਸੀਆਂ ਨੇ। ਇਹੀ ਜਿਹੜੀਆਂ ਕਿ ਅਸੀਂ ਲਾਵਾਂ ਦੇ ਰੂਪ ਦੇ ਵਿੱਚ ਪੜ੍ਹਦੇ ਹਾਂ ਜਦੋਂ ਕਿਸੇ ਦਾ ਆਨੰਦ ਕਾਰਜ ਹੁੰਦਾ ਹੈ। ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਿਮਰਤ ਨਾਮ ਦ੍ਰਿੜਾਇਆ, ਸਤ ਗੁਰ ਗੁਰ ਪੂਰਾ ਆਰਾਧਿਓ, ਸਭ ਕਿਲ ਵਿਖ ਪਾਪ ਗਵਾਇਆ, ਸਹਿਜ ਆਨੰਦ ਹੋਆ ਬੜ ਭਾਗੀ, ਮਨ ਹਰ ਹਰ ਮੀਠਾ ਲਾਇਆ। ਜਨ ਕਹੇ ਨਾਨਕ ਲਾਭ ਪਹਿਲੀ, ਆਰੰਭ ਕਾਜ ਰਚਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 773 ਅੰਗ। ਜਗਿਆਸੂ ਅਥਵਾ ਖੋਜੀ ਵਾਸਤੇ ਪਹਿਲੀ ਗੱਲ ਲੋੜੀਂਦੀ ਹੈ ਕਿ ਉਹ ਆਪਣੇ ਸੰਸਾਰ ਦੇ ਕਾਰ ਵਿਹਾਰ ਦੇ ਵਿੱਚ ਸ਼ੁਭ ਕਰਮਾਂ ਵਾਲਾ ਜੀਵਨ ਬਤੀਤ ਕਰੇ। ਸਾਰੇ 7 ਸ਼ਾਸਤਰਾਂ ਗਿਆਨ ਦੀ ਪੁਸਤਕ ਅਨੁਸਾਰ ਸੀਲ, ਸੰਤੋਖ, ਦਇਆ, ਖਿਮਾ, ਧਰਮ ਦੇ ਸਾਰੇ ਗੁਣ ਦ੍ਰਿੜ ਕਰੇ ਤੇ ਪਰ ਤਨ, ਪਰ ਧਨ, ਪਰ ਨਿੰਦਾ, ਝੂਠ ਆਦਿ ਸਾਰੇ ਅਵਗੁਣਾਂ ਦਾ ਤਿਆਗ ਕਰੇ। ਇਸ ਤਰ੍ਹਾਂ ਧਰਮ ਦੇ ਮਾਰਗ ਤੇ ਚੱਲਣ ਤੇ ਪਾਪਾਂ ਤੋਂ ਬਚਣ ਦੇ ਨਾਲ ਗੁਰੂ ਦਾ ਸਿੱਖ ਦ੍ਰਿੜ ਵਿਸ਼ਵਾਸ ਦੇ ਨਾਲ ਨਾਮ ਜਪੇ। ਫਿਰ ਪੂਰੇ ਸਤਿਗੁਰ ਦੀ ਕਿਰਪਾ ਦੁਆਰਾ ਅੰਤःਕਰਣ ਦੀ ਸਾਰੀ ਮਲ ਪਿਛਲੇ ਜਨਮਾਂ ਦੇ ਪਾਪਾਂ ਦੇ ਸੰਸਕਾਰ ਦੂਰ ਹੋ ਜਾਵੇਗੀ। ਫਿਰ ਵੱਡੇ ਭਾਗਾਂ ਵਾਲੇ ਜਗਿਆਸੂ ਨੂੰ ਹਰੀ ਦਾ ਨਾਮ ਮਿੱਠਾ ਲੱਗਣਾ ਤੇ ਇਸ ਵਿੱਚ ਸੁਤੇ ਸਿੱਧ ਆਨੰਦ ਆਉਣਾ ਸ਼ੁਰੂ ਹੋ ਜਾਵੇਗਾ। ਇਸ ਤਰ੍ਹਾਂ ਜਗਿਆਸੂ ਇਸਤਰੀ ਦਾ ਹਰੀ ਦੇ ਨਾਲ ਵਿਆਹ ਦਾ ਕਾਰਜ ਸ਼ੁਰੂ ਹੋ ਜਾਵੇਗਾ। ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ, ਬਲਰਾਮ ਜੀਓ, ਨਿਰਭਉ ਭੈ ਮਨ ਹੋਏ, ਹਉਮੈ ਮੈਲ ਗਵਾਇਆ ਬਲਰਾਮ ਜੀਓ। ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ ਸੁਆਮੀ, ਸਰਬ ਰਹਿਆ ਭਰਪੂਰੇ। ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ ਵਜਾਏ। ਜਦੋਂ ਜਗਿਆਸੂ ਇਸਤਰੀ ਦੀ ਪਹਿਲੀ ਮੰਜ਼ਲ ਸੁਣਿਆ ਮੰਨਿਆ ਮਨ ਕੀਤਾ ਭਾਉ ਤੇ ਚੱਲ ਕੇ ਆਪਣਾ ਅੰਤ ਹੈ ਕਰਨ ਸ਼ੁੱਧ ਕਰ ਲਿਆ, ਤਦ ਇਸ ਦਾ ਸਤਿਗੁਰ ਦੇ ਨਾਲ ਤਾਰ ਦਾ ਮੇਲਾ ਅੰਤਰਾਤਮੇ ਬਣ ਗਿਆ। ਫਿਰ ਇਸ ਦਾ ਮਨ ਭੈ ਤੋਂ ਰਹਿਤ ਹੋ ਗਿਆ
ਤੇ ਇਸ ਦਾ ਦੇਹ ਅਭਿਮਾਨ ਟੁੱਟ ਗਿਆ। ਦੇਹ ਦੀ ਮਨੌਤ ਟੁੱਟਦੇ ਸਾਰ ਹੀ ਇਸ ਦਾ ਹਿਰਦਾ ਕੋਮਲ ਹੋ ਗਿਆ ਤੇ ਇਸ ਵਿੱਚ ਪਵਿੱਤਰ ਭਾਉ ਦੀ ਲਹਿਰ ਚੱਲ ਪਈ। ਇਸ ਰੰਗ ਦੇ ਵਿੱਚ ਹਰੀ ਦਾ ਗੁਣਾ ਬਾਦ ਸਿਮਰਨ ਤੇ ਕੀਰਤਨ ਕਰਦਿਆਂ ਕਰਦਿਆਂ ਹਰੀ ਪਰਮਾਤਮਾ ਹਾਜ਼ਰ ਹਜ਼ੂਰ ਹੋ ਗਏ। ਸਾਰੀ ਰਚਨਾ ਹਰੀ ਦਾ ਰੂਪ ਨਜ਼ਰ ਆਉਣ ਲੱਗ ਪਈ ਤੇ ਸਾਰੇ ਰੰਗਾਂ ਦੇ ਵਿੱਚ ਵਾਹਿਗੁਰੂ ਵਿਆਪਕ ਹੋ ਗਿਆ। ਆਤਮਾ ਅੰਦਰ ਤੇ ਪਰਮਾਤਮਾ ਸਾਰੀ ਰਚਨਾ ਦੇ ਵਿੱਚ ਵਿਆਪਕ ਹਰੀ ਇੱਕੋ ਪ੍ਰਤੀਤ ਹੋ ਗਏ ਤੇ ਜਗਿਆਸੂ ਪੂਰਨ ਪੁਰਸ਼ਾਂ ਦੀ ਸੰਗਤ ਵਿੱਚ ਗੁਣਾਬਾਦ ਦੇ ਰੰਗ ਦੇ ਵਿੱਚ ਰੰਗਿਆ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਤਰ੍ਹਾਂ ਕਹਿੰਦੇ ਨੇ ਕਿ ਦੂਜੇ ਦਰਜੇ ਦੇ ਵਿੱਚ ਜਗਿਆਸੂ ਇਸਤਰੀ ਨੂੰ ਸਾਰੀ ਰਚਨਾ ਦੇ ਵਿੱਚੋਂ ਵਾਹਿਗੁਰੂ ਦੀ ਆਵਾਜ਼ ਸੁਣਨ ਲੱਗ ਪਈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਤੇ ਫਿਰ ਹਰ ਤੀਸਰੀ ਲਾਭ ਮਨ ਚਾਉ ਭਇਆ, ਬੈਰਾਗੀਆ ਬਲਰਾਮ ਜੀਓ। ਸੰਤ ਜਨਾ ਹਰ ਮੇਲ ਹਰ ਪਾਇਆ, ਬੜ ਭਾਗੀਆ ਬਲਰਾਮ ਜੀਓ। ਨਿਰਮਲ ਹਰ ਪਾਇਆ, ਹਰ ਗੁਣ ਗਾਇਆ, ਮੁਖ ਬੋਲੀ ਹਰ ਬਾਣੀ। ਸੰਤ ਜਨਾ ਬੜ ਭਾਗੀ ਪਾਇਆ, ਹਰ ਕਥੀਐ ਅਕਥ ਕਹਾਣੀ। ਹਿਰਦੈ ਹਰ 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 ਧਨ ਧੁਨ ਉਪਜੀ, ਹਰ ਜਪੀਐ ਮਸਤਕ ਭਾਗ ਜੀਓ। ਜਨ ਨਾਨਕ ਬੋਲੇ ਤੀਜੀ ਲਾਵੈ, ਹਰ ਉਪਜੈ ਮਨ ਵੈਰਾਗ ਜੀਓ। ਤੀਸਰੇ ਦਰਜੇ ਦੇ ਵਿੱਚ ਜਗਿਆਸੂ ਦੇ ਹਿਰਦੇ ਦੇ ਵਿੱਚ ਆਪਣੇ ਸਰੂਪ ਦੇ ਪਹਿਚਾਨਣ ਦਾ ਸ਼ੌਂਕ ਭਾਵ ਕਿ ਇਸ਼ਕ ਪੈਦਾ ਹੋ ਗਿਆ। ਇਸ ਦਾ ਚਿੱਤ ਦ੍ਰਿਸ਼ਟਮਾਨ ਤੋਂ ਉਪਰਾਮ ਹੋ ਗਿਆ ਤੇ ਅਦ੍ਰਿਸ਼ਟ ਦੀ ਖੋਜ ਦੀ ਲਗਨ ਤੀਬਰ ਹੋ ਗਈ। ਇਸ ਦੇ ਹਿਰਦੇ ਦੇ ਵਿੱਚ ਪੂਰਨ ਗੁਰਸਿੱਖਾਂ ਦੇ ਮੇਲ ਦੀ ਖਿੱਚ ਵੱਧ ਗਈ ਤੇ ਇਸ ਦੀ ਰਸਨਾ ਤੇ ਹਰੀ ਦਾ ਗੁਣਾਬਾਦ ਤੇ ਉਸ ਦੇ ਵਿਚਾਰ ਵਸ ਗਏ। ਵੱਡੇ ਭਾਗਾਂ ਕਰਕੇ ਸੰਤ ਜਨਾਂ ਦਾ ਮੇਲਾ ਹੋ ਗਿਆ ਤੇ ਖੋਜੀ ਅਕਥ ਪਰਮਾਤਮਾ ਦੇ ਗਿਆਨ ਚਰਚੇ ਦੇ ਵਿੱਚ ਜੁੜ ਗਿਆ। ਹਿਰਦੇ ਵਿੱਚੋਂ ਹਰ ਵੇਲੇ ਹਰੀ ਪਰਮਾਤਮਾ ਦੀ ਅੰਮ੍ਰਿਤ ਧੁਨੀ ਵਹਿ ਤੁਰੀ ਤੇ ਹਰੀ ਨਾਮ ਵੱਡੇ ਭਾਗਾਂ ਵਾਲੇ ਦੇ ਰਸਨਾ ਤੇ ਵਸ ਗਿਆ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਚੌਥੇ ਗੁਰੂ ਨਾਨਕ ਕਹਿੰਦੇ ਨੇ ਕਿ ਖੋਜੀ ਦਾ ਮਨ ਦ੍ਰਿਸ਼ਟਮਾਨ ਤੋਂ ਉੱਕਾ ਹੀ ਉਪਰਾਮ ਹੋ ਗਿਆ ਤੇ ਅੰਤਰਾਤਮੇ ਮਿਲਾਪ ਦੀ ਖਿੱਚ ਬਹੁਤ ਹੀ ਤੀਬਰ ਹੋ ਗਈ। ਆਨ ਸੁਆਦ ਸਭ ਫੀਕਿਆ, ਕਰ ਨਿਰਨਉ ਦੀਠਾ। ਫਿਰ ਚੌਥੀ ਅਵਸਥਾ ਹਰ ਚੌਥੜੀ ਲਾਭ ਮਨ ਸਹਿਜ ਭਇਆ, ਹਰ ਪਾਇਆ ਬਲਰਾਮ ਜੀਓ। ਗੁਰਮੁਖ ਮਿਲਿਆ ਸੁਭਾਏ ਮਨ, ਸੁਭਾਏ ਹਰ ਮਨ, ਤਨ ਮੀਠਾ ਲਾਇਆ ਬਲਰਾਮ ਜੀਓ। ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ, ਅੰਦਿਨ ਹਰ ਲਿਵਲਾਈ। ਮਨ ਚਿੰਦਿਆ ਫਲ ਪਾਇਆ ਸੁਆਮੀ, ਹਰ ਨਾਮ ਬਜੀ ਬਾਧਾਈ। ਹਰ ਪ੍ਰਭ ਠਾਕੁਰ ਕਾਜ ਰਚਾਇਆ, ਧਨ ਹਿਰਦੈ ਨਾਮ ਬਿਗਾਸੀ। ਜਨ ਨਾਨਕ ਬੋਲੇ ਚੌਥੀ ਲਾਵੇ, ਹਰ ਪਾਇਆ ਪ੍ਰਭ ਅਵਿਨਾਸੀ। ਜਦੋਂ ਜਗਿਆਸੂ ਦੇ ਹਿਰਦੇ ਵਿੱਚ ਬੈਰਾਗ ਪ੍ਰਬਲ ਹੋ ਗਿਆ ਤਾਂ ਇਸ ਨੇ ਆਪਣਾ ਤਨ ਮਨ ਧਨ ਸਤਿਗੁਰੂ ਦੇ ਸਪੁਰਦ ਕਰ ਦਿੱਤਾ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮਨੈ ਪਾਈਏ। ਤਦ ਇਹ ਸਾਧੂ ਅਵਸਥਾ ਪੂਰਨ ਗੁਰਸਿੱਖ ਦੀ ਸੇਵਾ ਵਿੱਚ ਲੱਗ ਗਿਆ। ਅਬਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ। ਆਵਨ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜਹੁ ਸਦ ਪੈਰਾ। ਤਦ ਇਹ ਆਪਣਾ ਆਪ ਭੁਲਾ ਕੇ ਨਾਮ ਰੂਪ ਤੋਂ ਅਭਾਵ ਹੋ ਅਫੁਰ ਅਵਸਥਾ ਦੇ ਵਿੱਚ ਪਹੁੰਚ ਗਿਆ। ਇਸ ਦੇ ਸਾਰੇ ਸੰਕਲਪ ਆਸਾ ਤੇ ਮਨਸਾ ਨਾਸ ਹੋ ਗਏ ਅਤੇ ਇਹ ਨਿਰਵਾਸ ਹੋ ਕੇ ਚੌਥੇ ਪਦ ਦਾ ਭਾਗੀ ਹੋ ਗਿਆ ਤੇ ਹਰੀ ਪਰਮਾਤਮਾ ਇਸ ਦੇ ਵਿੱਚ ਪ੍ਰਗਟ ਹੋ ਗਿਆ। ਫਿਰ ਇਹ ਗੁਰਮੁਖ ਬਣ ਗਿਆ ਅਥਵਾ ਗੁਰੂ ਦੇ ਨਾਲ ਅਭੇਦ ਹੋ ਗਿਆ ਤੇ ਇਸ ਦੀ ਸੁਰਤ ਤੇ ਸ਼ਬਦ ਇੱਕ ਹੋ ਗਏ। ਮਨ ਤੇ ਤਨ ਵਿੱਚ ਵਾਹਿਗੁਰੂ ਮਿੱਠਾ ਲੱਗਣ ਲੱਗ ਪਿਆ। ਹਰੀ ਨਾਮ ਦੀ ਮਿਠਾਸ ਇਸ ਦੇ ਰੋਮ ਰੋਮ ਦੇ ਵਿੱਚ ਨਿਵਾਸ ਕਰ ਗਈ ਤੇ ਦਿਨ ਰਾਤ ਹਰ ਸਮੇਂ ਇਸ ਦੀ ਲਿਵ ਇੱਕ ਰਸ ਵਾਹਿਗੁਰੂ ਦੇ ਨਾਲ ਜੁੜ ਗਈ। ਫਿਰ ਜਿਸ ਪ੍ਰਮਾਤਮ ਦੇਵ ਦੇ ਨਾਲ ਇਸ ਦੀ ਮਿਲਣ ਦੀ ਤਾਂਘ ਸੀ ਉਹ ਅੰਦਰੋਂ ਹੀ ਪ੍ਰਗਟ ਹੋ ਗਿਆ ਤੇ ਧਨ ਭਾਵ ਕੇ ਜਗਿਆਸੂ ਫਿਰ ਭਾਵ ਕੇ ਪਤੀ ਪਰਮੇਸ਼ਵਰ ਅਥਵਾ ਸਤਿਗੁਰੂ ਇੱਕ ਹੋ ਗਏ। ਹਰੀ ਦੇ ਮਿਲਾਪ ਦੀਆਂ ਵਧਾਈਆਂ ਇਸ ਦੇ ਅੰਦਰੋਂ ਬਾਹਰੋਂ ਮਿਲਣ ਲੱਗ ਪਈਆਂ ਤੇ ਇਹਦਾ ਮਨ ਖਿੜਿਆ ਹਰਿਆ ਬਾਗ ਹੋ ਗਿਆ। ਪਤੀ ਪਰਮੇਸ਼ਰ ਨੇ ਜਗਿਆਸੂ ਦੇ ਵਿਆਹ ਆਪਣੇ ਨਾਲ ਮਿਲਾਪ ਦਾ ਕਾਰਜ ਰਚਾ ਦਿੱਤਾ ਤੇ ਖੋਜੀ ਇਸਤਰੀ ਦਾ ਹਿਰਦਾ ਨਾਮ ਦੀ ਪ੍ਰਾਪਤੀ ਕਰਕੇ ਖਿੜ ਗਿਆ। ਚੌਥੀ ਲਾਭ ਦੇ ਵਿੱਚ
ਚੌਥੇ ਜਾਮੇ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ, ਜਗਿਆਸੂ ਤੇ ਪਤੀ ਪਰਮੇਸ਼ਰ ਇੱਕ ਹੋ ਗਏ, ਸਾਹਿਬ ਸੇਵਕ ਇੱਕ, ਇੱਕ ਦ੍ਰਿਸ਼ਟਾਇਆ। ਤੇ ਇਸੇ ਤਰ੍ਹਾਂ ਇਹ ਕਨੇਹੀ ਚਾਕਰੀ ਜਿਤ ਭਉ ਖਸਮ ਨਾ ਜਾਏ, ਨਾਨਕ ਸੇਵਕ ਕਾਢੀਏ ਜੇ ਸੇਤੀ ਖਸਮ ਸਮਾਏ। ਸੋ ਇਹ ਤਾਂ ਸਨ ਕੁਝ ਸ਼ਬਦ, ਤੇ ਇੱਥੇ ਹੀ ਅਸੀਂ ਆਪ ਤੋਂ ਵਿਦਾਇਗੀ ਲੈਂਦੇ ਹਾਂ। ਸਮਾਂ ਬਿਲਕੁਲ ਥੋੜਾ ਰਹਿ ਗਿਆ ਹੈ ਤੇ ਅਸੀਂ ਲਾਵਾਂ ਦੇ ਇਸ ਜਿਹੜੇ ਕੀਰਤਨ ਦਾ ਸ਼ਬਦ ਹੈ ਉਹਦੇ ਨਾਲ ਆਪ ਜੀ ਨੂੰ ਛੱਡ ਕੇ ਜਾ ਰਹੇ ਹਾਂ, ਤੇ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਦੀ ਜਾਚਨਾ ਕਰਦੇ ਹੋਏ ਇੱਥੇ ਹੀ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸ਼ਬਦ ਦੇ ਦੂਸਰੇ ਪਾਰ ਅਸੀਂ ਆਪ ਜੀ ਨੂੰ ਲੈ ਚੱਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ। ਆਪਣਾ ਖਿਆਲ ਰੱਖਿਓ। ਹਰ ਪਹਿਲੜੀ ਲਾਮ ਪਰਵਿਰਤੀ, ਕਰਮ ਦਿਰੜਾਇਆ ਬਲਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦਿਰੜੋ, ਪਾਪ ਤਜਾਇਆ ਬਲਰਾਮ ਜੀਓ। ਧਰਮ ਦਿਰੜੋ ਹਰ ਨਾਮ ਤੇ ਆਵੋ, ਸਿਮਰਤ ਨਾਮ ਦਿਰੜਾਇਆ। ਸਤਿਗੁਰ ਗੁਰ ਪੂਰਾਇਆ, ਰਾਗੋ ਸਭ ਕਿਲ ਵੇਖ ਪਾਪ ਗਵਾਇਆ। ਸਹਿਜ ਆਨੰਦ ਹੋਆ ਵਡ ਭਾਗੀ, ਮਨ ਹਰ ਹਰ ਮੀਠਾ ਲਾਇਆ। ਜਨ ਕਹੈ ਨਾਨਕ ਲਾਮ ਪਹਿਲੀ, ਆਰੰਭ ਕਾਜ ਰਚਾਇਆ। ਸਹਿਜ ਆਨੰਦ ਹੋਆ ਵਡ ਭਾਗੀ, ਮਨ ਹਰ ਹਰ ਮੀਠਾ ਲਾਇਆ। ਜਨ ਕਹੈ ਨਾਨਕ ਲਾਮ ਪਹਿਲੀ, ਆਰੰਭ ਕਾਜ ਰਚਾਇਆ। ਜਨ ਕਹੈ ਨਾਨਕ ਲਾਮ ਪਹਿਲੀ, ਆਰੰਭ ਕਾਜ ਰਚਾਇਆ। ਹਰ ਪਹਿਲੜੀ ਲਾਮ। ਹਰ ਦੂਜੜੀ ਲਾਮ, ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਨਿਰਭਉ ਪੈ ਮਨ ਹੋਏ, ਹਉ ਮੈਂ ਮੈਲ ਗਵਾਇਆ ਬਲਰਾਮ ਜੀਓ। ਨਿਰਮਲ ਪਉ ਪਾਇਆ, ਹਰ ਗੁਣ ਗਾਇਆ। ਹਰ ਵੇਖੈ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ। ਸੁਆਮੀ ਸਰਬ ਰਹਿਆ ਭਰਪੂਰੇ। ਅੰਤਰ ਬਾਹਰ ਹਰ ਪ੍ਰਭ ਏਕੋ ਮਿਲ, ਹਰ ਜਨ ਮੰਗਲ ਗਾਏ। ਜਨ ਨਾਨਕ ਦੂਜੀ ਲਾਂ ਚਲਾਈ, ਅਨਹਦ ਸ਼ਬਦ ਵਜਾਏ। ਅੰਤਰ ਬਾਹਰ ਹਰ ਪ੍ਰਭ ਏਕੋ ਮਿਲ, ਹਰ ਜਨ ਮੰਗਲ ਗਾਏ। ਜਨ ਨਾਨਕ ਦੂਜੀ ਲਾਂ ਚਲਾਈ, ਅਨਹਦ ਸ਼ਬਦ ਵਜਾਏ। ਹਰ ਗੁਜਰੀ ਲਾਂ। ਹਰ ਤੀਜੜੀ ਲਾਮ, ਮਨ ਚਾਉ ਪਿਆ ਬੈਰਾਗੀਆਂ ਬਲਰਾਮ ਜੀਓ। ਸੰਤ ਜਨਾ ਹਰ ਮੇਲ ਹਰ ਪਾਇਆ, ਵਡ ਭਾਗੀਆਂ ਬਲਰਾਮ ਜੀਓ। ਨਿਰਮਲ ਹਰ ਪਾਇਆ, ਹਰ ਗੁਣ ਗਾਇਆ। ਮੁਖ ਬੋਲੀ ਹਰ ਬਾਣੀ,
ਸੰਤ ਜਨਾ ਵਡ ਭਾਗੀ ਪਾਇਆ, ਹਰ ਕਥੀਐ ਅਕਾਤ ਕਹਾਣੀ। ਹਿਰਦੈ ਹਰ 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 ਤੋ ਨ ਉਪਜੀ, ਹਰ ਜਪੀਐ ਮਸਤਕ ਪਾਗ ਜਿਉ। ਜਨ ਨਾਨਕ ਬੋਲੇ ਤੀਜੀ ਲਾਵੈ, ਹਰ ਉਪਜੈ ਮਨ ਬੈਰਾਗ ਜਿਉ। ਹਿਰਦੈ ਹਰ 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 ਤੋ ਨ ਉਪਜੀ, ਹਰ ਜਪੀਐ ਮਸਤਕ ਪਾਗ ਜਿਉ। ਜਨ ਨਾਨਕ ਬੋਲੇ ਤੀਜੀ ਲਾਵੈ, ਹਰ ਉਪਜੈ ਮਨ ਬੈਰਾਗ ਜਿਉ। ਹਰ ਤੀਜੜੀ ਲਾਵ। ਹਰ ਚੌਥੜੀ ਲਾਮ ਮਨ ਸਹਿਜ ਪਿਆ, ਹਰ ਪਾਇਆ ਬਲਰਾਮ ਜੀਓ। ਗੁਰਮੁਖ ਮਿਲਿਆ ਸੁਭਾਏ, ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ। ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ, ਅਨ ਦਿਨ ਹਰ ਲਿਵ ਲਾਈ। ਮਨ ਚਿੰਦਿਆ ਫਲ ਪਾਇਆ, ਸੁਆਮੀ ਹਰ ਨਾਮ ਵਜੀਵਾ ਗਾਈ। ਹਰ ਪ੍ਰਭ ਠਾਕੁਰ ਕਾਜ ਰਚਾਇਆ, ਤਨ ਹਿਰਦੈ ਨਾਮ ਵਿਗਾਸੀ। ਜਨ ਨਾਨਕ ਬੋਲੇ ਚੋਟੀ ਲਾਵੈ, ਹਰ ਪਾਇਆ ਪ੍ਰਭ ਅਵਿਨਾਸੀ। ਹਰ ਪ੍ਰਭ ਠਾਕੁਰ ਕਾਜ ਰਚਾਇਆ, ਤਨ ਹਿਰਦੈ ਨਾਮ ਵਿਗਾਸੀ। ਜਨ ਨਾਨਕ ਬੋਲੇ ਚੋਟੀ ਲਾਵੈ, ਹਰ ਪਾਇਆ ਪ੍ਰਭ ਅਵਿਨਾਸੀ। ਜਨ ਨਾਨਕ ਬੋਲੇ ਚੋਟੀ ਲਾਵੈ, ਹਰ ਪਾਇਆ ਪ੍ਰਭ ਅਵਿਨਾਸੀ। ਹਰ ਚੌਥੜੀ ਲਾ